ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ ਪੁਸਤਕ ਸੰਦਲੀ ਪੈੜਾ ਵਿੱਚੋਂ ਕਹਾਣੀਕਾਰ ਜੋਗਾ ਸਿੰਘ ਦੁਆਰਾ ਲਿਖੀ ਗਈ ਕਹਾਣੀ ਸ਼ਾਨ ਦਾ ਮੁੱਲ ਪੜ੍ਹਾਂਗੇ। ਕੁਦਰਤ ਵੱਲੋਂ ਸਾਨੂੰ ਬਹੁਤ ਸਾਰੀਆਂ ਵਡਮੁੱਲੀਆਂ ਦਾਤਾਂ ਮਿਲੀਆਂ ਹੋਈਆਂ ਹਨ, ਜਿਵੇਂ ਹਵਾ, ਪਾਣੀ, ਧੁੱਪ, ਛਾਂ ਆਦਿ। ਕਈ ਲੋਕ ਇਹਨਾਂ ਕੁਦਰਤੀ ਵਡਮੁੱਲੀ ਦਾਤਾਂ ਨੂੰ ਵੀ ਕਿਰਾਏ 'ਤੇ ਦਿੰਦੇ ਅਤੇ ਵੇਚਦੇ ਹਨ। ਪਹਿਲੇ ਸਮਿਆਂ ਵਿੱਚ ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਪੈਦਲ ਜਾਇਆ ਕਰਦੇ ਸੀ, ਤੁਰਦੇ ਤੁਰਦੇ ਜਦੋਂ ਉਹ ਥੱਕ ਜਾਂਦੇ ਤਾਂ ਕਿਸੇ ਰੁੱਖ ਦੀ ਸੰਘਣੀ ਛਾਂ ਹੇਠ ਬੈਠ ਕੇ ਆਰਾਮ ਕਰਕੇ ਫਿਰ ਅੱਗੇ ਦਾ ਸਫ਼ਰ ਤੈਅ ਕਰਦੇ। ਅੱਜ ਅਸੀਂ ਛਾਂ ਦਾ ਮੁੱਲ ਕਹਾਣੀ ਦਾ ਸਾਰ ਪੜ੍ਹਾਂਗੇ। ਪਿੰਡ ਦੇ ਬਾਹਰ ਸਿਰ ਜੈ ਰਾਮ ਦਾ ਪੱਕਾ ਘਰ ਸੀ। ਬਾਹਰਲੇ ਪਾਸੇ ਕੰਧ ਦੇ ਨਾਲ ਉਸਨੇ ਥੜੇ ਉੱਤੇ ਇੱਕ ਨਿੰਮ ਦਾ ਬੂਟਾ ਲਾਇਆ ਹੋਇਆ ਸੀ। 2 ਕੁ ਸਾਲਾਂ ਵਿੱਚ ਉਹ ਬੂਟਾ ਵੱਧ ਕੇ ਰੁੱਖ ਬਣ ਗਿਆ। ਸੇਠ ਜੈ ਰਾਮ ਦੇ ਘਰ ਦੇ ਨੇੜੇ ਹੀ ਨਰਾਤਾ ਘੁਮਿਆਰ ਵੀ ਆਪਣੀ ਕੋਠੜੀ ਵਿੱਚ ਰਹਿੰਦਾ ਸੀ। ਨਰਾਤਾ ਬਹੁਤ ਚੁਸਤ ਤੇ ਮਖੌਲੀਆ ਸੀ। ਮਖੌਲੀਆ ਮੀਨਸ ਮਜ਼ਾਕੀਆ ਸੀ। ਉਸਨੂੰ ਗੱਲ ਬਹੁਤ ਔੜਦੀ ਸੀ ਮੀਨਸ ਉਸਨੂੰ ਗੱਲ ਬਹੁਤ ਸੁੱਝਦੀ ਸੀ, ਗੱਲ ਬਹੁਤ ਫੁਰਦੀ ਸੀ। ਸੁਣਨ ਵਾਲਾ ਹੈਰਾਨ ਰਹਿ ਜਾਂਦਾ। ਜੇ ਕੋਈ ਉਸਨੂੰ ਪੁੱਛਦਾ ਇਹ ਗੱਲਾਂ ਤੂੰ ਕਿੱਥੋਂ ਸਿੱਖੀਆਂ ਨੇ, ਤਾਂ ਉਹ ਝੱਟ ਉੱਤਰ ਦਿੰਦਾ ਹੈ ਕਿ ਮੈਂ ਪੂਰੀਆਂ 32 ਜਮਾਤਾਂ ਪੜ੍ਹਿਆ ਹੋਇਆ ਹਾਂ। ਅੱਗੇ ਉਹ ਦੱਸਦਾ ਹੈ ਕਿ ਗੱਜਣ ਮੁੜਾ ਮੇਰੀ ਕਿਤਾਬ ਚੋਰੀ ਕਰਕੇ ਲੈ ਗਿਆ, ਨਹੀਂ ਤਾਂ ਮੈਂ 32 ਜਮਾਤਾਂ ਹੋਰ ਪੜ੍ਹ ਜਾਣੀਆਂ ਸੀ। ਹੁਣ ਉਹ ਕਿਤਾਬ ਮੋੜਦਾ ਨਹੀਂ, ਸਾਰਾ ਦਿਨ ਪੜ੍ਹਦਾ ਰਹਿੰਦਾ ਹੈ। ਇਸੇ ਕਰਕੇ ਤਾਂ ਵਿਚਾਰੇ ਦੀ ਪਿੱਠ ਸਿੱਧੀ ਨਹੀਂ ਹੁੰਦੀ। ਨਰਾਤਾ ਟਾਹਣੀ 'ਚੋਂ ਬੈਠੇ ਗੱਜਣ ਦੇ ਕੁੱਬ 'ਤੇ ਟੋਕ ਕਰਦਾ ਹੈ। ਟੋਕ ਮੀਨਸ ਉਸਨੂੰ ਟੀਚਰ ਕਰਦਾ ਹੈ, ਉਸਦੀ ਨੁਕਤਾਚੀਨੀ ਕਰਦਾ ਹੈ। ਅਤੇ ਟਾਹਣੀ 'ਚੋਂ ਟੋਲੀ 'ਚੋਂ ਵੈਸੇ ਬੈਠੇ ਸਾਰੇ ਲੋਕ ਹੱਸ ਪੈਂਦੇ ਹਨ। ਸਾਰੇ ਲੋਕ ਉੱਚੀ ਉੱਚੀ ਹੱਸ ਪੈਂਦੇ ਹਨ। ਕਦੋਂ ਉੱਚੀ ਉੱਚੀ ਹੱਸਦੇ ਨੇ? ਜਦੋਂ ਨਰਾਤਾ ਗੱਜਣ ਦੀ ਜਿਹੜੀ ਪਿੱਠ 'ਤੇ ਕੁੱਬ ਪਿਆ ਹੈ ਉਸ 'ਤੇ ਟੋਕ ਕਰਦਾ ਹੈ, ਟੀਚਰ ਕਰਦਾ ਹੈ, ਤਾਂ ਟਾਹਣੀ 'ਚੋਂ ਬੈਠੇ ਸਾਰੇ ਲੋਕ ਉੱਚੀ ਉੱਚੀ ਹੱਸ ਪੈਂਦੇ ਹਨ। ਗਰਮੀਆਂ ਵਿੱਚ ਨਰਾਤਾ ਖੋਤੇ ਉੱਤੇ ਘੜੇ ਲੱਦ ਕੇ ਹਾੜੀ ਵੱਢਣ ਵਾਲਿਆਂ ਕੋਲ ਖੇਤਾਂ ਵਿੱਚ ਚਲਾ ਜਾਂਦਾ। ਉਹ ਉਹਨਾਂ ਨੂੰ ਕੋਰਾ ਘੜਾ ਦਿੰਦਾ। ਕੋਰਾ ਮੀਨਸ ਨਵਾਂ ਘੜਾ ਦਿੰਦਾ, ਅਤੇ ਉਸ ਦੇ ਬਦਲੇ ਉਹ ਲਾਂਘੇ ਦੀ ਸਥਰੀ ਭਾਵ ਜੋ ਉਸ ਸਮੇਂ ਉਹ ਫਸਲ ਵੱਢਦੇ, ਚਾਹੇ ਉਹ ਕਣਕ ਛੋਲਿਆਂ ਦੀ ਹੁੰਦੀ ਸੀ, ਚਾਹੇ ਉਹ ਫਸਲ ਕਣਕ ਹੁੰਦੀ ਸੀ, ਆਦਿ ਦੀ ਛੋਟੀ ਜਿਹੀ ਢੇਰੀ ਉਹ ਉਸਦੇ ਖੋਤੇ ਉੱਤੇ ਲੱਦ ਦਿੰਦੇ। ਨਰਾਤਾ ਉਹਨਾਂ ਨੂੰ ਇੱਕ ਨਵਾਂ ਜਾਂ ਕੋਰਾ ਘੜਾ ਦਿੰਦਾ। ਉਸ ਦੇ ਬਦਲੇ ਜਿਹੜੀ ਫਸਲ ਦੀ ਵਾਢੀ ਕਰਦੇ, ਚਾਹੇ ਉਹ ਛੋਲਿਆਂ ਦੀ ਫਸਲ ਦੀ ਵਾਢੀ ਕਰਦੇ ਸੀ, ਚਾਹੇ ਉਹ ਕਣਕ ਦੀ ਫਸਲ ਦੀ ਵਾਢੀ ਕਰਦੇ ਸੀ, ਉਹ ਇੱਕ ਛੋਟੀ ਜਿਹੀ ਭਰੀ ਘੜੇ ਦੇ ਬਦਲੇ ਉਸ ਦੇ ਖੋਤੇ ਉੱਤੇ ਲੱਦ ਦਿੰਦੇ। ਇੱਕ ਦਿਨ ਉਹ ਦੁਪਹਿਰੇ ਘੜੇ ਵੇਚ ਕੇ ਆਇਆ। ਖੋਤੇ ਉੱਪਰ ਲੱਦਿਆ ਸਮਾਨ ਉਸਨੇ ਆ ਕੇ ਸਾਰਾ ਸਮਾਨ ਵਿਹੜੇ ਵਿੱਚ ਉਤਾਰ ਦਿੱਤਾ। ਕਿੱਥੇ ਰੱਖਿਆ ਉਸਨੇ ਸਮਾਨ? ਵਿਹੜੇ ਵਿੱਚ ਰੱਖ ਦਿੱਤਾ। ਖੋਤੇ ਨੂੰ ਛੱਪਰ ਬੇਟਾ ਹੁੰਦਾ ਹੈ ਬਾਂਸ ਅਤੇ ਘਾਹ ਫੂਸ ਦੀ ਬਣੀ ਛੱਤ। ਛੱਪਰ ਕੀ ਹੈ? ਘਾਹ ਫੂਸ ਦੀ ਬਣੀ ਹੋਈ ਛੱਤ ਹੇਠਾਂ ਬੰਨ੍ਹ ਦਿੱਤਾ। ਉਸਨੇ ਖੋਤੇ ਨੂੰ ਛੱਪਰ ਹੇਠਾਂ ਬੰਨ੍ਹ ਦਿੱਤਾ ਅਤੇ ਆਪ ਸਾਹ ਲੈਣ ਲਈ ਜੈ ਰਾਮ ਦੇ ਥੜੇ ਉਤਲੀ ਨਿੰਮ ਦੀ ਛਾਵੇਂ ਆ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਹੀ ਉਸਨੂੰ ਨੀਂਦ ਆ ਗਈ। ਦੁਪਹਿਰੇ ਜਦੋਂ ਜੈ ਰਾਮ ਘਰ ਰੋਟੀ ਖਾਣ ਆਇਆ ਤਾਂ ਉਸਨੇ ਨਰਾਤੇ ਨੂੰ ਆਪਣੇ ਥੜੇ ਉਤਲੇ ਨਿੰਮ ਦੀ ਛਾਂ ਹੇਠ ਸੁੱਤਾ ਵੇਖਿਆ ਤਾਂ ਉਸਨੂੰ ਬਹੁਤ ਗੁੱਸਾ ਚੜ੍ਹ ਗਿਆ। ਨਿੰਮ ਦੀ ਛਾਂ ਹੇਠ ਜਦੋਂ ਉਸਨੇ ਦੇਖਿਆ ਕਿ ਨਿੰਮ ਦੀ ਛਾਂ ਹੇਠ ਨਰਾਤਾ ਸੁੱਤਾ ਪਿਆ ਤਾਂ ਸਿਰ ਜੈ ਰਾਮ ਨੂੰ ਗੁੱਸਾ ਚੜ੍ਹ ਗਿਆ। ਜੈ ਰਾਮ ਦਾ ਸੁਭਾਅ ਬਹੁਤ ਹੀ ਅਜੀਬ ਸੀ। ਉਸਦੇ ਘਰ ਜੇ ਕੋਈ ਚੀਜ਼ ਮੰਗਣ ਆ ਜਾਂਦਾ ਤਾਂ ਉਸਨੂੰ ਚੀਜ਼ ਦੇਣ ਲੱਗਿਆ 100 ਨੱਕ ਬੁੱਲ ਵੱਟਦਾ, 100 ਨਖਰੇ ਕਰਦਾ। ਹੁਣ ਜਿਹੜਾ ਨਰਾਤਾ ਸੀ ਉਸਦੇ ਨਿੰਮ ਦੀ ਛਾਂ ਦੇ ਨੀਚੇ ਸੁੱਤਾ ਪਿਆ ਸੀ। ਉਸਨੂੰ ਦੇਖ ਕੇ ਉਸਨੂੰ ਬਹੁਤ ਹੀ ਗੁੱਸਾ ਚੜ੍ਹ ਗਿਆ। ਕੋਈ ਵੀ ਚੀਜ਼ ਉਹ ਆਪਣੇ ਗੁਆਂਢੀ ਨੂੰ ਦੇ ਕੇ ਰਾਜੀ ਨਹੀਂ ਸੀ। ਹੁਣ ਤਾਂ ਨਰਾਤਾ ਉਸਦੀ ਨਿੰਮ ਦੀ ਛਾਂ ਦੇ ਹੇਠਾਂ ਸੁੱਤਾ ਪਿਆ ਸੀ। ਜੈ ਰਾਮ ਨੇ ਨਰਾਤੇ ਨੂੰ ਕਿਹਾ, ਓਏ ਉੱਠ ਇੱਥੋਂ, ਇਹ ਤੇਰੇ ਪਿਓ ਦੀ ਥਾਂ ਹੈ। ਮਾਰਨ ਲੱਗਿਆ ਇੱਥੇ ਘਰਾੜੇ। ਨਰਾਤਾ ਅੱਬੜਵਾਏ ਅਚਾਨਕ ਉੱਠਿਆ, ਇੱਕਦਮ ਅੱਬੜਵਾਏ ਉੱਠਿਆ ਅਤੇ ਜੈ ਰਾਮ ਨੂੰ ਕਹਿਣ ਲੱਗਾ, ਐਵੇਂ ਗੁੱਸੇ ਕਿਉਂ ਹੁੰਦਾ ਹੈ? ਜਦੋਂ ਅਚਾਨਕ ਉਸਨੇ ਹਾਕ ਮਾਰੀ ਜੈ ਰਾਮ ਨੇ ਕਿ ਤੇਰੇ ਪਿਓ ਦੀ ਥਾਂ ਉਹਦੇ 'ਤੇ ਸੁੱਤਾ ਪਿਆ, ਤਾਂ ਜਿਹੜਾ ਨਰਾਤਾ ਸੀ ਇੱਕਦਮ ਅਚਾਨਕ ਅੱਬੜਵਾਏ ਉੱਠਿਆ ਅਤੇ ਉਸਨੇ ਉੱਠ ਕੇ ਜੈ ਰਾਮ ਨੂੰ ਕਿਹਾ, ਤੂੰ ਇੰਨਾ ਗੁੱਸੇ ਕਿਉਂ ਹੁੰਦਾ ਹੈ? ਥਾਂ ਦਾ ਕੁਝ ਕੱਸ ਚੱਲਿਆ ਵੀ ਜੇ ਮੈਂ ਤੇਰੀ ਇੱਥੇ ਨਿੰਮ ਦੀ ਛਾਂ ਹੇਠ ਪੈ ਜਾਵਾਂਗਾ ਕਿ ਤੇਰੀ ਥਾਂ ਦਾ ਕੁਝ ਕੱਸ ਚੱਲਿਆ। 2 ਘੜੀ ਨਿੰਮ ਦੀ ਛਾਵੇਂ ਪੈ ਗਿਆ ਤਾਂ ਕਿ ਲੋੜਾ ਆ ਗਿਆ। ਲੋੜਾ ਮੀਨਸ ਹੁੰਦਾ ਬੇਟਾ ਕਹਿਰ। ਨਰਾਤੇ ਨੇ ਜੈ ਰਾਮ ਨੂੰ ਕਿਹਾ, ਮੈਂ ਜੇ 2 ਘੜੀ ਤੇਰੀ ਨਿੰਮ ਦੀ ਛਾਂ ਹੇਠ ਪੈ ਗਿਆ ਤਾਂ ਕੀ ਕਹਿਰ ਆ ਗਿਆ, ਲੋੜਾ ਆ ਗਿਆ। ਤੈਨੂੰ ਕੀ ਪਤਾ ਹੈ
ਤੈਨੂੰ ਕੀ ਪਤਾ ਮੈਂ ਇਸ ਨੂੰ ਕਿਵੇਂ ਪਾਲਿਆ, ਜੈ ਰਾਮ ਨੇ ਨਰਾਤੇ ਨੂੰ ਕਿਹਾ। ਛਾਵੇਂ ਤੂੰ ਬੈਠਾ, ਕੱਲ੍ਹ ਨੂੰ ਕਹੇਗਾ ਕਿ ਮੈਂ ਤਾਂ ਹਵੇਲੀ ਵਿੱਚ ਬੈਠਣਾ ਹੈ। ਅੱਜ ਤੂੰ ਮੇਰੀ ਨਿੰਮ ਦੀ ਛਾਂ ਹੇਠ ਥੜੇ ਉੱਤੇ ਬੈਠਾ ਹੈ, ਕੱਲ੍ਹ ਨੂੰ ਤੂੰ ਕਹੇਗਾ ਕਿ ਮੈਂ ਹਵੇਲੀ ਦੇ ਵਿੱਚ ਬੈਠਣਾ। ਤੇਰੀ ਹਵੇਲੀ ਦਾ ਕੀ ਘਸਣ ਲੱਗਿਆ ਹੈ, ਇਹਦਾ ਕਿਹੜਾ ਕੁਛ ਘਸਣ ਲੱਗਿਆ। ਜੈ ਰਾਮ ਬਹੁਤ ਗੁੱਸੇ ਵਿੱਚ ਬੋਲਿਆ। ਨਰਾਤੇ ਨੇ ਮੌਕਾ ਸੰਭਾਲਦਿਆਂ ਜੈ ਰਾਮ ਨੂੰ ਕਿਹਾ, ਇੰਨਾ ਗੁੱਸੇ ਕਿਉਂ ਹੁੰਦਾ ਹੈ? ਇੰਝ ਕਰ, ਗਰਮੀਆਂ ਗਰਮੀਆਂ ਤੂੰ ਨਿੰਮ ਦੀ ਛਾਂ ਦਾ ਕਿਰਾਇਆ ਲੈ ਲਿਆ ਕਰ। ਸਰਦੀਆਂ ਵਿੱਚ ਨਿੰਮ ਵੀ ਤੇਰੀ ਅਤੇ ਛਾਂ ਵੀ ਤੇਰੀ। ਸਰਦੀਆਂ ਵਿੱਚ ਦੋਵੇਂ ਚੀਜ਼ਾਂ, ਨਿੰਮ ਅਤੇ ਛਾਂ ਤੇਰੇ ਹੋਣਗੇ। ਬੋਲ, ਛਾਂ ਦੇ ਕਿਰਾਏ ਦਾ ਤੂੰ ਕੀ ਲੈਣਾ ਹੈ? ਕਿੰਨੇ ਪੈਸੇ ਲੈਣੇ ਹਨ? ਪੈਸਿਆਂ ਦੀ ਗੱਲ ਸੁਣਦਿਆਂ ਹੀ ਸੇਠ ਜੈ ਰਾਮ ਦਾ ਗੁੱਸਾ ਢੈਲਾ ਪੈ ਗਿਆ। ਢੈਲਾ ਮੀਨਸ ਢਿੱਲਾ ਹੋ ਗਿਆ, ਗੁੱਸਾ ਉਸਦਾ ਘਟ ਗਿਆ। ਜਦੋਂ ਜੈ ਰਾਮ ਨੂੰ ਪੈਸਿਆਂ ਦੀ ਗੱਲ ਪਤਾ ਲੱਗਿਆ ਕਿ ਨਰਾਤਾ ਮੈਨੂੰ ਛਾਂ ਦਾ ਕਿਰਾਇਆ ਦੇਣ ਲਈ ਆਪਣਾ ਮਨ ਬਣਾ ਰਿਹਾ ਹੈ, ਤਾਂ ਉਸਦਾ ਗੁੱਸਾ ਕੀ ਥੋੜ੍ਹਾ ਜਿਹਾ ਢੈਲਾ ਪੈ ਗਿਆ। ਉਸਨੇ ਸੋਚਿਆ, ਚੱਲ ਇੱਥੋਂ ਵੀ ਕਮਾਈ ਕਰ ਲੈਂਦੇ ਆ, ਇੱਥੋਂ ਵੀ ਪੈਸੇ ਕਮਾ ਲੈਂਦੇ ਆ। ਇਹ ਤਾਂ ਮੁਫਤ ਦੀ ਕਮਾਈ ਹੈ। ਛਾਂ ਦਾ ਮੁੱਲ ਲੈਣਾ ਤਾਂ ਕੀ ਕਹਿੰਦਾ, ਮੁਫਤ ਦੀ ਕਮਾਈ ਹੈ। ਇੱਥੋਂ ਵੀ ਆਪਾਂ ਕੁਛ ਕਮਾਈ ਕਰ ਲੈਂਦੇ ਹਾਂ। ਜੈ ਰਾਮ ਖੁਸ਼ ਹੋ ਗਿਆ। ਉਸਨੇ ਕਿਹਾ, ਇਹ ਤਾਂ ਹੋਈ ਬਿਹਾਰੀ ਗੱਲ। ਬਿਹਾਰੀ ਮੀਨਸ ਹਿਸਾਬ ਕਿਤਾਬ ਦੀ ਗੱਲ ਹੋਈ। ਦੱਸ ਕੀ ਕਿਰਾਇਆ ਦੇਣਾ ਹੈ? ਜੈ ਰਾਮ ਨੇ ਨਰਾਤੇ ਨੂੰ ਪੁੱਛਿਆ ਕਿ ਦੱਸ ਤੂੰ ਕੀ ਕਿਰਾਇਆ ਦੇਣਾ ਹੈ। ਨਰਾਤਾ ਜੈ ਰਾਮ ਨੂੰ 2.5 ਮਹੀਨਿਆਂ ਲਈ 20 ਰੁਪਏ ਕਿਰਾਇਆ ਦੇਣ ਲਈ ਤਿਆਰ ਹੋ ਗਿਆ। ਸੇਠ ਨੇ ਹੁੰਗਾਰਾ ਭਰਿਆ। ਉਸਨੇ ਕਿਹਾ, ਠੀਕ ਹੈ, ਤੂੰ ਮੈਨੂੰ 20 ਰੁਪਏ 2.5 ਮਹੀਨੇ ਛਾਂ ਤੇਰੀ ਹੈ ਅਤੇ ਮੈਨੂੰ ਉਸਦਾ 20 ਰੁਪਏ ਕਿਰਾਇਆ ਦੇ ਦੇ। ਨਰਾਤੇ ਨੇ ਪਿੰਡ ਦੇ ਕੁਝ ਪਤਵੰਤੇ ਬੰਦਿਆਂ, ਕੁਝ ਸਿਆਣੇ ਬੰਦਿਆਂ ਵਿੱਚ ਜੈ ਰਾਮ ਨੂੰ 15 ਰੁਪਏ ਅਤੇ ਕੁਝ ਘੜੇ ਦੇ ਦਿੱਤੇ। ਸੌਦਾ ਪੱਕਾ ਹੋ ਗਿਆ। ਹੁਣ 2.5 ਮਹੀਨਿਆਂ ਲਈ ਛਾਂ ਕਿਸ ਦੀ ਹੋ ਗਈ? ਨਰਾਤੇ ਦੀ। ਹੁਣ ਨਰਾਤੇ ਨੇ ਜੈ ਰਾਮ ਕੋਲੋਂ ਛਾਂ ਖਰੀਦ ਲਈ। 2.5 ਮਹੀਨਿਆਂ ਲਈ ਛਾਂ ਕਿਸ ਦੀ ਹੋ ਗਈ? ਨਰਾਤੇ ਦੀ। ਕਿੰਨੇ ਵਿੱਚ ਖਰੀਦੀ ਉਸਨੇ? 20 ਰੁਪਏ ਵਿੱਚ 15 ਰੁਪਏ ਉਸਨੂੰ ਦੇ ਦਿੱਤੇ ਅਤੇ 5 ਰੁਪਏ ਦਾ 15 ਰੁਪਏ ਉਸਨੂੰ ਦੇ ਦਿੱਤੇ ਅਤੇ ਬਾਕੀ ਦੇ ਕੀ ਦਿੱਤੇ ਉਸਨੇ? ਘੜੇ ਦਾ। ਸੌਦਾ ਪੱਕਾ ਹੋ ਗਿਆ। ਨਰਾਤੇ ਨੂੰ ਇਹ ਗੱਲ ਬਹੁਤ ਚੁਭਦੀ ਸੀ। ਕਿਹੜੀ ਗੱਲ? ਕਿ ਜੈ ਰਾਮ ਨੇ ਉਸਨੂੰ ਨਿੰਮ ਦੀ ਛਾਂ ਕਿਰਾਏ 'ਤੇ ਦਿੱਤੀ ਹੈ। ਉਸਨੂੰ ਇਹ ਗੱਲ ਬਹੁਤ ਚੁਭਦੀ ਸੀ, ਮੈਨੂੰ ਉਸਨੇ ਛਾਂ ਮੁੱਲ ਦਿੱਤੀ ਹੈ। ਉਹ ਜੈ ਰਾਮ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਇਸ ਲਈ ਉਹ ਰੋਜ਼ ਆਪਣਾ ਕੰਮਕਾਰ ਮੁਕਾ ਕੇ, ਕੰਮ ਤੋਂ ਵਿਹਲਾ ਹੋ ਕੇ ਦੁਪਹਿਰੇ ਨਿੰਮ ਦੀ ਛਾਂ ਹੇਠ ਆਰਾਮ ਕਰਨ ਲਈ ਜਾਂਦਾ। ਜਦੋਂ ਲੋਡੇ ਵੇਲੇ ਸ਼ਾਮ ਦੇ ਸਮੇਂ ਲੋਡਾ ਵੇਲਾ ਕੀ ਬੇਟਾ? ਸ਼ਾਮ ਦਾ ਸਮਾਂ ਹੁੰਦਾ। ਜਦੋਂ ਸ਼ਾਮ ਦੇ ਸਮੇਂ ਸੂਰਜ ਢਲਣ ਦੇ ਨਾਲ ਨਾਲ ਨਿੰਮ ਦੀ ਛਾਂ ਸੇਠ ਦੇ ਵਿਹੜੇ ਵਿੱਚ ਚਲੇ ਜਾਂਦੀ, ਤਾਂ ਜੈ ਰਾਮ ਵੀ ਆਪਣਾ ਪਰਨਾ ਚੁੱਕ ਕੇ ਉਸਦੇ ਵਿਹੜੇ ਵਿੱਚ ਚਲੇ ਜਾਂਦਾ। ਜੇ ਰੁੱਖ ਦੀ ਛਾਂ ਜੈ ਰਾਮ ਦੇ ਬੈਠਕ ਦੀ ਛੱਤ ਉੱਤੇ ਜਾਂਦੀ, ਤਾਂ ਉਹ ਆਪਣਾ ਪਰਨਾ ਚੁੱਕ ਕੇ ਛੱਤ ਉੱਤੇ ਚਲਾ ਜਾਂਦਾ। ਜਿੱਥੇ ਜਿੱਥੇ ਛਾਂ ਜਾਂਦੀ, ਨਰਾਤਾ ਉੱਥੇ ਆਪਣਾ ਪਰਨਾ ਵਿਛਾ ਕੇ ਬੈਠ ਜਾਂਦਾ। ਨਰਾਤਾ ਉੱਥੇ ਹੀ ਆਪਣਾ ਪਰਨਾ ਜਾ ਵਿਛਾਉਂਦਾ। ਹੁਣ ਜੈ ਰਾਮ ਅੰਦਰੋਂ ਅੰਦਰੀ ਬੜਾ ਦੁਖੀ ਹੋ ਰਿਹਾ ਸੀ। ਅੰਦਰੋਂ ਅੰਦਰੀ ਕਿਸੇ ਬਹੁਤ ਦੁਖੀ ਹੋ ਰਿਹਾ ਸੀ। ਕਿਉਂਕਿ ਜਿੱਥੇ ਜਿੱਥੇ ਛਾਂ ਜਾਂਦੀ ਸੀ, ਨਰਾਤਾ ਉੱਥੇ ਉੱਥੇ ਆਪਣਾ ਪਰਨਾ ਵਿਛਾਉਂਦਾ ਅਤੇ ਉੱਥੇ ਉੱਥੇ ਹੀ ਚਲੇ ਜਾਂਦਾ। ਬਹੁਤ ਦੁਖੀ ਹੋ ਗਿਆ ਹਾਂ, ਕਿਉਂਕਿ ਉਹ 4 ਲੋਕਾਂ ਵਿੱਚ ਜਵਾਨ ਕਰ ਬੈਠਾ ਸੀ ਅਤੇ ਲਿਖਤ ਵੀ। ਹੁਣ ਉਹ ਮੁੱਕਰ ਨਹੀਂ ਸੀ ਸਕਦਾ। ਉਹ ਮਨ ਹੀ ਮਨ ਸੋਚਦਾ ਕਿ ਮੈਂ ਕਿੰਨੀ ਮੂਰਖਤਾ ਕੀਤੀ ਹੈ। ਕਿਹੜੀ ਮੂਰਖਤਾ ਕੀਤੀ ਉਸਨੇ? ਉਸਨੂੰ ਛਾਂ ਕਿਰਾਏ 'ਤੇ ਦੇ ਕੇ। ਇਹ ਤਾਂ ਪਹਿਲਾਂ ਹੀ ਮਾਣਨੀ ਸੀ। ਕੌਣ ਨਹੀਂ ਸੀ ਮਾਣ? ਪਹਿਲਾਂ ਨਰਾਤਾ। ਇਹ ਤਾਂ ਪਹਿਲਾਂ ਹੀ ਮਾਣਨੀ ਸੀ। ਹੁਣ ਤਾਂ ਇਸਨੇ ਛਾਂ ਦੇ ਪੈਸੇ ਦਿੱਤੇ ਹਨ। ਇਹ ਪਹਿਲਾਂ ਹੀ ਮਾਣਨੀ ਸੀ, ਹੁਣ ਤਾਂ ਇਸਨੇ ਛਾਂ ਦੇ ਪੈਸੇ ਦਿੱਤੇ ਹਨ। ਇੱਕ ਦਿਨ ਜੈ ਰਾਮ ਦੇ ਵੱਡੇ ਪੁੱਤਰ ਲੇਖ ਰਾਮ ਦਾ ਠਾਕਾ ਸੀ। ਠਾਕਾ ਬੇਟਾ ਰੋਕਾ ਮੰਗਣਾ ਜਿਹਨੂੰ ਬੋਲਦੇ ਆਪਾਂ, ਸਗਾਈ ਵੀ ਬੋਲਦੇ, ਅੰਗੇਜਮੈਂਟ ਬੋਲਦੇ। ਉਸਦਾ ਕੀ ਸੀ? ਸੇਠ ਜੈ ਰਾਮ ਦੇ ਮੁੰਡੇ ਦਾ ਠਾਕਾ ਸੀ, ਸ਼ਗਨ ਸੀ। ਅੰਗ ਸਾਕ ਵਿੱਚ ਰਿਸ਼ਤੇਦਾਰ ਸਾਰੇ ਆਏ ਹੋਏ ਸਨ। ਠਾਕਾ ਕਰਨ ਵਾਲੇ ਵੀ ਪਹੁੰਚ ਚੁੱਕੇ ਸਨ। ਉਹ ਸਾਰੇ ਜਾਣੇ ਬੈਠਕ ਵਿੱਚ ਬੈਠੇ ਸਨ। ਨਰਾਤਾ ਆਪਣੇ ਖੋਤੇ ਨੂੰ ਬੈਠਕ ਵਿੱਚ ਡਾਹੇ ਮਿੰਜੇ ਦੇ ਪਾਵੇ ਨਾਲ ਬੰਨ੍ਹ ਕੇ ਆਪਣਾ ਪਰਨਾ ਬੈਠਕ ਵਿੱਚ ਵਿਛਾਉਣ ਲੱਗਾ। ਕਿਉਂ ਵਿਛਾਉਣ ਲੱਗਾ ਸੀ? ਕਿਉਂਕਿ ਜਿਹੜੀ ਹੁਣ ਛਾਂ ਸੀ ਉਹ ਬੈਠਕ ਉੱਤੇ ਸੀ। ਕਿੱਥੇ ਸੀ ਉਹ? ਬੈਠਕ ਦੇ ਨੇੜੇ ਤੇੜੇ ਸੀ ਛਾਂ। ਅਤੇ ਸਾਰੇ ਰਿਸ਼ਤੇਦਾਰ ਕਿੱਥੇ ਬੈਠੇ ਸੀ? ਬੈਠਕ ਵਿੱਚ। ਤਾਂ ਨਰਾਤੇ ਨੇ ਕੀ ਕੀਤਾ?
ਰਾਤੇ ਨੇ ਕਿ ਆਪਣਾ ਖੋਤਾ ਲਿਆਂਦਾ, ਖੋਤਾ ਲਿਆ ਕੇ ਉਸਨੇ ਬੈਠਕ ਵਿੱਚ ਜਿਹੜਾ ਮਿੰਜਾ ਡਾਇਆ ਸੀ ਉਹਦੇ ਪਾਵੇ ਨਾਲ ਆਪਣਾ ਖੋਤਾ ਬੰਨ ਦਿੱਤਾ ਅਤੇ ਆਪ ਬੈਠਕ ਵਿੱਚ ਪਰਨਾ ਵਿਛਾ ਕੇ ਪੈਣ ਲੱਗਾ ਸੀ। ਸਾਰੇ ਜਾਣੇ ਹੈਰਾਨ ਹੋ ਗਏ। ਜਦੋਂ ਨਰਾਤੇ ਨੇ ਪਰਨਾ ਵਿਛਾਉਣ ਲੱਗਿਆ ਤਾਂ ਸਾਰੇ ਜਾਣੇ ਹੈਰਾਨ ਹੋ ਗਏ। ਜੈ ਰਾਮ ਘਬਰਾ ਗਿਆ। ਜੈ ਰਾਮ ਕਿਉਂ ਘਬਰਾ ਗਿਆ? ਕਿਉਂਕਿ ਉਸਦੇ ਰਿਸ਼ਤੇਦਾਰ ਆਏ ਹੋਏ ਸੀ, ਉਸਦੇ ਮੁੰਡੇ ਦਾ ਸ਼ਗਨ ਹੋਣ ਲੱਗਿਆ ਸੀ। ਤਾਂ ਨਰਾਤੇ ਨੇ ਕੀ ਕੀਤਾ, ਆਪਣਾ ਖੋਤਾ ਲੈ ਕੇ ਉੱਥੇ ਬੰਨ੍ਹ ਦਿੱਤਾ ਅਤੇ ਆਪ ਬੈਠਕ ਵਿੱਚ ਪਰਨਾ ਵਿਛਾਉਣ ਲੱਗਿਆ ਸੀ। ਨਰਾਤਾ ਘਬਰਾ ਗਿਆ। ਜੈ ਰਾਮ ਘਬਰਾ ਗਿਆ। ਉਸਨੇ ਨਰਾਤੇ ਨੂੰ ਕਿਹਾ, ਤੈਨੂੰ ਦਿਸਦਾ ਨਹੀਂ? ਠੀਕ ਹੈ, ਉਸਨੇ ਉਸਨੂੰ ਕਿਹਾ, ਤੈਨੂੰ ਦਿਸਦਾ ਨਹੀਂ? ਮੇਰੇ ਘਰ ਮਹਿਮਾਨ ਆਏ ਹੋਏ ਹਨ। ਤਾਂ ਨਰਾਤੇ ਨੇ ਕਿਹਾ, ਸਭ ਦਿਸਦਾ ਹੈ ਜੈ ਰਾਮਾ, ਮੈਨੂੰ ਸਭ ਦਿਸਦਾ ਹੈ। ਮੈਂ ਕੋਈ ਅੰਨਾ ਨਹੀਂ, ਮੈਨੂੰ ਅਤੇ ਮੇਰੇ ਖੋਤੇ ਨੂੰ ਧੁੱਪ ਲੱਗਦੀ ਹੈ। ਤਾਂ ਉਸਨੇ ਕੀ ਕਿਹਾ, ਮੈਨੂੰ ਅਤੇ ਮੇਰੇ ਖੋਤੇ ਨੂੰ ਧੁੱਪ ਲੱਗਦੀ ਹੈ। ਇਸ ਵੇਲੇ ਛਾਂ ਤੇਰੀ ਬੈਠਕ 'ਤੇ ਪੈਂਦੀ ਹੈ। ਮੈਨੂੰ ਅਤੇ ਮੇਰੇ ਖੋਤੇ ਨੂੰ ਧੁੱਪ ਲੱਗਦੀ ਹੈ। ਜਿਹੜੀ ਇਸ ਵੇਲੇ ਛਾਂ ਉਹ ਕਿੱਥੇ ਹੈ? ਤੇਰੀ ਬੈਠਕ 'ਤੇ ਪੈਂਦੀ ਹੈ। ਇੱਥੇ ਨਹੀਂ ਬੈਠਣ ਦੇਣਾ, ਤਾਂ ਮੈਂ ਆਪਣੇ ਖੋਤੇ ਨੂੰ ਲੈ ਕੇ ਛੱਤ 'ਤੇ ਚਲਾ ਜਾਂਦਾ ਹਾਂ। ਨਰਾਤਾ ਬੋਲਿਆ। ਘਰ ਆਏ ਮਹਿਮਾਨਾਂ ਨੂੰ ਗੱਲ ਕੁਝ ਸਮਝ ਨਹੀਂ ਸੀ ਆ ਰਹੀ। ਜਿਹੜੇ ਉਸਦੇ ਘਰ ਮਹਿਮਾਨ ਆਏ ਸੀ, ਰਿਸ਼ਤੇਦਾਰ ਆਏ ਸੀ, ਉਹਨਾਂ ਨੂੰ ਇਹ ਗੱਲ ਕੁਝ ਸਮਝ ਨਹੀਂ ਸੀ ਆ ਰਹੀ। ਜਦੋਂ ਜੈ ਰਾਮ ਨਰਾਤੇ ਦੀਆਂ ਮਿੰਨਤਾਂ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਆਪਣੇ ਪੈਸੇ ਵਾਪਸ ਲੈ, ਉਦੋਂ ਪ੍ਰਾਹੁਣਿਆਂ ਨੂੰ ਪਤਾ ਲੱਗਾ ਕਿ ਜੈ ਰਾਮ ਨੇ ਨਰਾਤੇ ਨੂੰ ਨਿੰਮ ਦੀ ਛਾਂ ਕਿਰਾਏ 'ਤੇ ਦਿੱਤੀ ਹੋਈ ਹੈ। ਤਾਂ ਉਹਨਾਂ ਨੇ ਜੈ ਰਾਮ ਨੂੰ ਬਹੁਤ ਸ਼ਰਮਿੰਦਾ ਕੀਤਾ। ਕਿਹਨਾਂ ਨੇ? ਰਿਸ਼ਤੇਦਾਰਾਂ ਨੇ। ਜਿਹੜੇ ਉਸਦੇ ਘਰ ਉਸਦੇ ਮਹਿਮਾਨ ਰਿਸ਼ਤੇਦਾਰ ਹੋਏ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜੈ ਰਾਮ ਨੇ ਨਰਾਤੇ ਨੂੰ ਨਿੰਮ ਦੀ ਛਾਂ ਕਿਰਾਏ 'ਤੇ ਦਿੱਤੀ ਹੋਈ ਹੈ, ਤਾਂ ਉਹਨਾਂ ਨੇ ਉਸ ਨੂੰ ਬਹੁਤ ਸ਼ਰਮਿੰਦਾ ਕੀਤਾ। ਜੈ ਰਾਮ ਦੇ ਕੁੜਮ ਕੌਣ ਹੁੰਦੇ ਬੇਟਾ? ਧੀ ਜਾਂ ਪੁੱਤਰ ਦਾ ਜਿਹੜਾ ਸਹੁਰਾ। ਬਰੂ ਮੱਲ ਨੇ ਕਿਹਾ, ਉਂਝ ਤਾਂ ਤੂੰ ਸਿਆਣਾ ਹੈ, ਪਰ ਕਿਤੇ ਚੜ੍ਹਦੇ ਲਹਿੰਦੇ ਤੋਂ ਸੁਣਿਆ ਕਿ ਕਿਸੇ ਨੇ ਛਾਂ ਵੀ ਕਿਰਾਏ 'ਤੇ ਦਿੱਤੀ ਹੈ ਜਾਂ ਵੇਚੀ ਹੋਵੇ। ਨਰਾਤਾ ਮੰਨਣ ਵਾਲਾ ਨਹੀਂ ਸੀ। ਉਸਨੇ ਕਿਹਾ, ਦੇਖ ਜੈ ਰਾਮਾ, ਇੱਕ ਸ਼ਰਤ 'ਤੇ ਪੈਸੇ ਵਾਪਸ ਲਵਾਂਗਾ। ਤੂੰ ਜੇ ਅੱਗੇ ਤੋਂ ਕਿਸੇ ਰਾਹੀ ਮੁਸਾਫਰ ਯਾਤਰੀ ਨੂੰ ਨਿੰਮ ਦੀ ਛਾਂ ਬੈਠਣ ਤੋਂ ਨਹੀਂ ਰੋਕੇਗਾ। ਜੈ ਰਾਮ ਇਸ ਵੇਲੇ ਬੇਵੱਸ ਮਜਬੂਰ ਸੀ। ਉਸਨੇ ਸਭ ਦੇ ਸਾਹਮਣੇ ਨਰਾਤੇ ਦੀ ਸ਼ਰਤ ਮੰਨ ਲਈ। ਕਿਹੜੀ ਸ਼ਰਤ ਮੰਨੀ? ਕਿ ਅੱਗੇ ਤੋਂ ਉਹ ਕਿਸੇ ਵੀ ਰਾਹੀ ਨੂੰ, ਮੁਸਾਫਰ ਨੂੰ, ਯਾਤਰੀ ਨੂੰ ਨਿੰਮ ਦੀ ਛਾਂ ਹੇਠੋਂ ਬੈਠਣ ਤੋਂ ਨਹੀਂ ਰੋਕੇਗਾ। ਠੀਕ ਹੈ, ਉਸਨੇ ਸਭ ਦੇ ਸਾਹਮਣੇ ਨਰਾਤੇ ਦੀ ਸ਼ਰਤ ਮੰਨ ਲਈ। ਨਰਾਤਾ ਪੈਸੇ ਲੈ ਕੇ ਆਪਣੀ ਕੋਠੜੀ ਵਿੱਚ ਚਲਾ ਗਿਆ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਬਿਨਾਂ ਕਿਸੇ ਲਾਲਚ ਤੋਂ ਮਦਦ ਕਰਨੀ ਚਾਹੀਦੀ ਹੈ। ਸਾਨੂੰ ਕੁਦਰਤੀ ਦਾਤਾਂ ਦਾ ਕੋਈ ਵੀ ਮੁੱਲ ਨਹੀਂ ਲੈਣਾ ਚਾਹੀਦਾ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਹੁਣ ਆਪਾਂ ਪੜ੍ਹਾਂਗੇ ਇਸ ਦੇ ਸ਼ਬਦ ਅਰਥ। ਫਸਟ ਸ਼ਬਦ ਅਰਥ ਹੈ ਮਖੌਲੀਆ, ਮਜ਼ਾਕੀਆ, ਔੜਦੀ, ਸੁੱਜਦੀ ਜਾਂ ਫੁਰਦੀ, ਟਾਹਣੀ, ਇਕੱਠ ਜਾਂ ਟੋਲੀ, ਟੋਕ ਕਰਨਾ, ਨੁਕਤਾਚੀਨੀ ਕਰਨੀ, ਖੁਰਜੀ, ਖੋਤੇ ਆਦਿ ਦੀ ਪਿੱਠ 'ਤੇ ਸਮਾਨ ਰੱਖਣ ਲਈ ਪਾਇਆ ਜਾਣ ਵਾਲਾ ਦੋਹਰਾ ਕੱਪੜਾ। ਲਾਂਘੇ ਦੀ ਸਥਰੀ, ਕਿਸੇ ਵੱਢੀ ਹੋਈ ਫਸਲ ਜਿਵੇਂ ਕਣਕ, ਛੋਲਿਆਂ ਆਦਿ ਦੀ ਛੋਟੀ ਢੇਰੀ। ਛੱਪਰ, ਬਾਂਸ ਅਤੇ ਘਾਹ ਫੂਸ ਦੀ ਬਣੀ ਛੱਤ। ਅੱਬੜ ਬਾਏ, ਅਚਾਨਕ। ਲੋੜਾ, ਕਹਿਰ, ਬਿਹਾਰੀ, ਵਪਾਰਕ, ਹਿਸਾਬ ਕਿਤਾਬ ਵਿੱਚ ਸਹੀ। ਲਾਡੇ ਵੇਲੇ, ਸ਼ਾਮ ਵੇਲੇ। ਅੰਗ ਸਾਕ, ਰਿਸ਼ਤੇਦਾਰ। ਕੁੜਮ, ਪੁੱਤਰ ਜਾਂ ਧੀ ਦਾ ਸਹੁਰਾ। ਰਾਹੀ, ਮੁਸਾਫਰ, ਯਾਤਰੀ। ਅੱਗੇ ਆ ਗਿਆ ਬੇਵੱਸ, ਮਜਬੂਰ, ਲਾਲਚ। ਬੇਟਾ ਲੈਸਨ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ। ਕਹਾਣੀ ਦਾ ਸਾਰ ਸਮਝਾਇਆ, ਤੁਹਾਨੂੰ ਕਹਾਣੀ ਚੰਗੀ ਤਰ੍ਹਾਂ ਸਮਝਾਤੀ। ਇਸ ਤੋਂ ਬਾਅਦ ਤੁਸੀਂ ਇਸਦੇ ਛੋਟੇ ਵੱਡੇ ਪ੍ਰਸ਼ਨ ਉੱਤਰ ਖੁਦ ਕਰਨੇ ਨੇ। ਲੈਸਨ ਚੰਗੀ ਤਰ੍ਹਾਂ ਪੜ੍ਹ ਕੇ ਸਾਰੀ ਬੈਕ ਐਕਸਰਸਾਈਜ਼ ਵੀ ਤੁਸੀਂ ਖੁਦ ਕਰਨੀ ਹੈ। ਸਹੀ ਉੱਤਰ ਤੁਹਾਨੂੰ ਇੱਕ ਨਾਲ ਆਪਸ਼ਨ ਦਿੱਤੇ ਹੋਏ ਨੇ, ਜਿਵੇਂ ਜੈ ਰਾਮ ਨੇ ਥੜੇ ਉੱਤੇ ਕਿਹੜਾ ਬੂਟਾ ਲਾਇਆ ਹੋਇਆ ਸੀ? ਕਿਹੜਾ ਬੂਟਾ ਲਾਇਆ ਹੋਇਆ ਸੀ? ਪਹਿਲਾਂ ਹੁਣੇ ਲੈਸਨ 'ਚ ਪੜ੍ਹਿਆ ਕਿਹੜਾ ਬੂਟਾ ਲਾਇਆ ਹੋਇਆ ਸੀ? ਨਿੰਮ ਦਾ ਬੂਟਾ ਲਾਇਆ ਹੋਇਆ ਸੀ। ਉਸ ਤੋਂ ਬਾਅਦ ਇਹਦੇ ਵੱਡੇ ਪ੍ਰਸ਼ਨ ਹੈ, ਜੈ ਰਾਮ ਦਾ ਘਰ ਕਿੱਥੇ ਸੀ? ਕਿੱਥੇ ਸੀ ਜੈ ਰਾਮ ਦਾ ਘਰ? ਜੈ ਰਾਮ ਦਾ ਘਰ ਕਿੱਥੇ ਸੀ? ਪਿੰਡ ਦੇ ਬਾਹਰ ਫਿਰਨੀ ਉੱਤੇ ਜੈ ਰਾਮ ਦਾ ਘਰ ਬਣਿਆ ਹੋਇਆ ਸੀ। ਉਸਦੇ ਵਿਹੜੇ ਵਿੱਚ ਕਿਹੜਾ ਬੂਟਾ ਲਾਇਆ ਸੀ? ਵਿਹੜੇ ਵਿੱਚ ਉਸਨੇ ਕਿਹੜਾ ਬੂਟਾ ਲਾਇਆ ਸੀ? ਨਿੰਮ ਦਾ ਬੂਟਾ ਲਾਇਆ ਸੀ। ਖਾਲੀ ਥਾਂ ਨਾ। ਨਰਾਤਾ ਬੜਾ ਚੁਸਤ ਅਤੇ ਡੈਸ਼ ਸੀ,
ਪੜ੍ਹਿਆ ਲੈਸਨ ਵਿੱਚ ਕੀ ਸੀ, ਰਾਤਾ ਬੜਾ ਚੁਸਤ ਤੇ ਮਖੌਲੀਆ ਜਾਂ ਮਜ਼ਾਕੀਆ ਸੀ। ਵਾਕਾਂ ਵਿੱਚ ਵਰਤੋ ਗੁਆਂਢੀ, ਛਾਂ, ਮਹਿਮਾਨ, ਹੁੰਗਾਰਾ। ਗੁਆਂਢੀ ਦਾ ਕੀ ਹੋਊਗਾ, ਸਾਡੇ ਗੁਆਂਢੀ ਬੜੇ ਚੰਗੇ ਹਨ। ਭਾਸ਼ਾ ਵਿਕਾਸ ਆ ਗਿਆ। ਭਾਸ਼ਾ ਵਿਕਾਸ ਵਿੱਚ ਕੀ ਆ ਤੁਹਾਡੇ, ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ ਨੇ। ਜਿਹੜਾ ਵਿਅਕਤੀ ਮਿੱਟੀ ਦੇ ਬਰਤਨ, ਘੜੇ ਆਦਿ ਬਣਾਉਣ ਦਾ ਕੰਮ ਕਰਦਾ ਉਹਨੂੰ ਆਪਾਂ ਕੀ ਕਹਿੰਦੇ ਆ, ਘੁਮਿਆਰ ਕਹਿੰਦੇ ਆ। ਉਸ ਤੋਂ ਬਾਅਦ ਤੁਹਾਡੇ ਸਮਾਨਾਰਥੀ ਸ਼ਬਦ ਨੇ। ਸਮਾਨਾਰਥੀ ਸ਼ਬਦ ਤੁਹਾਨੂੰ ਅੱਗੇ ਆਪਸ਼ਨ ਦਿੱਤੀ ਆਪਾਂ ਨੇ, ਉਹਦੇ ਵਿੱਚੋਂ ਚੁਣਨੇ ਨੇ। ਜਿਵੇਂ ਢੈਲਾ, ਢੈਲੇ ਦਾ ਕੀ ਹੋਊਗਾ, ਨਰਮ। ਮੁਹਾਵਰਿਆਂ ਦੇ ਅਰਥ ਦੱਸਣੇ ਨੇ, ਮੁਹਾਵਰਿਆਂ ਦੇ ਅਰਥ ਲਿਖਣੇ ਨੇ। ਸਾਰੀ ਬੈਕ ਐਕਸਰਸਾਈਜ਼ ਕਰਨੀ ਹੈ। ਇਸ ਲੈਸਨ ਦੇ ਨਾਲ ਜਿਹੜੀ ਗਤੀਵਿਧੀ ਹੋਊਗੀ ਉਹ ਵੀ ਤੁਸੀਂ ਕਰਨੀ। ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਬੇਟਾ। ਇੱਕ ਇੱਕ ਪੈਰੇ ਵਿੱਚ ਤੁਹਾਡੇ 5-5 6 ਕੁਐਸਚਨਾਂ ਦੇ ਆਨਸਰ ਹੈਗੇ ਆ। ਠੀਕ ਹੈ।